ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਸੋ ਆਓ ਸਭ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਹੀ ਬੈਲ ਆਈਕਨ ਭਾਵ ਘੰਟੀ ਨੂੰ ਦਬਾ ਲਵੋ, ਜਿਸ ਨਾਲ ਸਾਡੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਜੋ ਹੋਰ ਸੰਗਤਾਂ ਦਾ ਭਲਾ ਹੋ ਸਕੇ। ਪਰਮਾਤਮਾ ਦੀਆਂ ਖੇਡਾਂ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ। ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਹਰ ਬੰਦਾ ਆਪਣੀ ਜਿੱਦ ਉਤੇ ਅੜਿਆ ਹੋਇਆ ਹੈ। ਆਪਣੇ ਮਿੱਟੀ ਹੋਣ ਵਾਲੇ ਸਰੀਰ ਦਾ ਮਾਣ ਕਰ ਰਿਹਾ ਹੈ, ਪਰ ਪਰਮਾਤਮਾ ਉਸ ਆਕੜ ਨੂੰ ਇਸ ਜ਼ਿੰਦਗੀ ਦੇ ਵਿੱਚ ਹੀ ਭੰਨ ਦਿੰਦਾ ਹੈ। ਕੁਝ ਅਜਿਹਾ ਹੀ ਅੰਬਾਲੇ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੇ ਨਾਲ ਹੋਇਆ। ਜਦੋਂ ਪਰਮਾਤਮਾ ਦੀ ਲਾਠੀ ਪਈ ਤਾਂ ਉਸ ਵੇਲੇ ਆਵਾਜ਼ ਤੱਕ ਨਹੀਂ ਆਈ। ਜੋਗਿੰਦਰ ਸਿੰਘ ਦੱਸਦੇ ਨੇ ਕਿ ਅੰਬਾਲੇ ਦੇ ਵਿੱਚ ਮੇਰਾ ਇੰਪੋਰਟ ਐਕਸਪੋਰਟ ਦਾ ਮੇਰਾ ਕਾਰੋਬਾਰ ਹੈ। ਪੁਰਾਣਾ ਕੰਮ ਸੀ, ਜਿਸ ਕਰਕੇ ਕਾਫੀ ਧਨ ਦੌਲਤ ਇਕੱਠੀ ਕੀਤੀ ਅਤੇ ਇਲਾਕੇ ਦੇ ਵਿੱਚ ਮੇਰਾ ਪੂਰਾ ਸਿੱਕਾ ਚੱਲਦਾ ਸੀ। ਪਰ ਪੈਸੇ ਧਨ ਦੌਲਤ ਦੇ ਨਾਲ ਨਾਲ ਹੰਕਾਰ ਨੇ ਵੀ ਜ਼ਿੰਦਗੀ ਦੇ ਵਿੱਚ ਜਗ੍ਹਾ ਬਣਾ ਲਈ। ਮੇਰੇ ਆਪਣੇ ਆਪ ਦੇ ਵਿੱਚ ਹੀ ਕਾਫੀ ਬਦਲਾਵ ਆ ਚੁੱਕਿਆ ਸੀ ਤੇ ਮੈਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਸੀ ਅਤੇ ਸ਼ਰਾਬ ਦਾ ਵੀ ਮੈਂ ਆਦੀ ਹੋ ਚੁੱਕਿਆ ਸੀ। ਮੇਰਾ ਪਿਤਾ ਅਮਰਧਾਰੀ ਸਿੰਘ ਸੀ ਅਤੇ ਉਹਨਾਂ ਨੇ ਮੈਨੂੰ ਬਹੁਤ ਰੋਕਿਆ, ਪਰ ਪੈਸੇ ਦੇ ਵਿੱਚ ਅੰਨਾ ਹੋਇਆ ਮੈਂ ਸਾਰੀਆਂ ਚੀਜ਼ਾਂ ਨੂੰ ਭੁੱਲ ਚੁੱਕਿਆ ਸੀ। ਬਾਅਦ ਵਿੱਚ ਮੇਰਾ ਵਿਆਹ ਹੋਇਆ ਤੇ ਸਾਡੇ ਘਰ ਇੱਕ ਲੜਕੇ ਨੇ ਜਨਮ ਲਿਆ। ਮੇਰੀ ਪਤਨੀ ਵੀ ਮੇਰੀਆਂ ਆਦਤਾਂ ਤੋਂ ਕਾਫੀ ਪਰੇਸ਼ਾਨ ਸੀ। ਹੌਲੇ ਹੌਲੇ ਘਰ ਦਾ ਮਾਹੌਲ ਵੀ ਖਰਾਬ ਹੁੰਦਾ ਜਾ ਰਿਹਾ ਸੀ। ਇਸ ਗਮ ਦੇ ਵਿੱਚ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਤੇ ਆਖਰੀ ਵਕਤ ਤੱਕ ਉਹ ਮੈਨੂੰ ਗੁਰੂ ਜੀ ਦੇ ਲੜ ਲੱਗ ਜਾ ਕਹਿੰਦੇ ਰਹਿੰਦੇ। ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਮਾਂ ਲੰਘਿਆ ਤਾਂ ਮੇਰਾ ਲੜਕਾ 8 ਸਾਲਾਂ ਦਾ ਹੋ ਗਿਆ। ਮੇਰੀ ਸ਼ਰਾਬ ਦੀ ਆਦਤ ਕਰਕੇ ਮੇਰੇ ਪੈਸੇ ਵੀ ਜਾਣ ਲੱਗੇ ਤੇ ਫਿਰ ਇੱਕ ਦਿਨ ਮੇਰੇ ਲੜਕੇ ਦੇ ਸਕੂਲ ਤੋਂ ਫੋਨ ਆਇਆ ਕਿ ਤੁਹਾਡਾ ਲੜਕਾ ਬਹੁਤ ਬਿਮਾਰ ਹੈ ਅਤੇ ਸਕੂਲ ਵੱਲੋਂ ਉਸ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ। ਮੈਂ ਹਸਪੀਟਲ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਮੇਰੇ ਲੜਕੇ ਦੇ ਸਿਰ ਦੇ ਵਿੱਚ ਟਿਊਮਰ ਹੈ, ਜਿਸ ਕਾਰਨ ਉਹ ਬਾਰ-ਬਾਰ ਬੇਹੋਸ਼ ਹੋ ਰਿਹਾ ਸੀ ਤੇ ਬਿਮਾਰੀ ਬਹੁਤ ਵੱਧ ਚੁੱਕੀ ਸੀ। ਹੁਣ ਇੱਕ ਵਾਰ ਤਾਂ ਸਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਕੁਝ ਸਮਝ ਨਹੀਂ ਲੱਗ ਰਿਹਾ ਸੀ। ਇਲਾਜ ਨਾਮ ਦੇ ਉੱਤੇ ਆਪਾਂ ਸਿਰਫ ਪੈਸੇ ਹੀ ਵਹਾਈ ਜਾ ਰਹੇ ਸੀ ਤੇ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਸੀ। ਡਾਕਟਰ ਬਦਲੇ, ਹਸਪੀਟਲ ਬਦਲੇ, ਪਰ ਮੇਰੇ ਲੜਕੇ ਦੀ ਸਿਹਤ ਨਹੀਂ ਬਦਲੀ। ਲੜਕੇ ਦੀ ਸਿਹਤ ਡਿੱਗਦੀ ਜਾ ਰਹੀ ਸੀ ਤੇ ਫਿਰ ਸਾਨੂੰ ਜਿੱਥੇ ਵੀ ਕੋਈ ਦੱਸਦਾ ਆਪਾਂ ਉੱਥੇ ਲੈ ਕੇ ਚਲੇ ਜਾਂਦੇ। ਕੋਈ ਦੇਸੀ ਅੰਗਰੇਜ਼ੀ ਦਵਾਈ ਨਹੀਂ ਛੱਡੀ, ਜਿੱਥੇ ਕੋਈ ਸਿਆਣਾ ਦੱਸਦਾ ਆਪਾਂ ਉੱਥੇ ਵੀ ਚਲੇ ਜਾਂਦੇ, ਪਰ ਕੋਈ ਵੀ ਅਸਰ ਨਾ ਹੁੰਦਾ। ਹੁਣ ਤਾਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਤੇ ਹੁਣ ਮੇਰੀ ਜ਼ਿੰਦਗੀ ਖਤਮ ਹੋਣ ਦੀ ਨਜ਼ਰੀ ਪੈ ਰਹੀ ਸੀ। ਸ਼ਰਾਬ ਪੀਣਾ ਤਾਂ ਮੈਂ ਬਿਲਕੁਲ ਹੀ ਭੁੱਲ ਚੁੱਕਿਆ ਸੀ। ਅੱਜ ਮੇਰੀ ਔਲਾਦ ਦੀ ਮੌਤ
ਨਜ਼ਰੀ ਪੈ ਰਹੀ ਸੀ ਤੇ ਆਪਣੀਆਂ ਗਲਤੀਆਂ ਮੇਰੇ ਸਾਹਮਣੇ ਆ ਰਹੀਆਂ ਸੀ। ਹੁਣ ਇਸ ਤਰ੍ਹਾਂ ਆਪਣੇ ਲੜਕੇ ਨੂੰ ਤਾਂ ਮੈਂ ਮਰਦਾ ਦੇਖ ਨਹੀਂ ਸਕਦਾ ਸੀ। ਸੋ ਆਖਰੀ ਵਾਰ ਡਾਕਟਰ ਦੇ ਕੋਲ ਉਸ ਨੂੰ ਲੈ ਕੇ ਗਏ ਤੇ ਉਸ ਡਾਕਟਰ ਨੇ ਸਾਨੂੰ ਜਵਾਬ ਦੇ ਦਿੱਤਾ ਤੇ ਕਿਹਾ ਕਿ ਇਸ ਦੀ ਸੇਵਾ ਕਰ ਲਵੋ। ਜਦੋਂ ਆਪਾਂ ਉਸ ਡਾਕਟਰ ਦੇ ਕੋਲੋਂ ਉੱਠ ਕੇ ਚੱਲੇ ਤਾਂ ਉਸਨੇ ਇੱਕ ਵਾਰੀ ਕਿਹਾ ਕਿ ਲੰਡਨ ਦੇ ਵਿੱਚ ਇੱਕ ਡਾਕਟਰ ਹੈ ਇਸ ਬਿਮਾਰੀ ਦਾ ਮਾਹਿਰ। ਜੇ ਤੁਸੀਂ ਪੈਸੇ ਖਰਚ ਸਕਦੇ ਹੋ ਤਾਂ ਆਖਰੀ ਵਾਰ ਉਸ ਡਾਕਟਰ ਦੇ ਕੋਲ ਟਰਾਈ ਕਰ ਸਕਦੇ ਹੋ ਤੇ ਉਸ ਦੇ ਨਾਲ ਗੱਲ ਕਰ ਲਵੋ। ਆਪਾਂ ਡਾਕਟਰ ਦੇ ਨਾਲ ਗੱਲ ਕੀਤੀ ਤੇ ਉਸ ਨੂੰ ਰਿਪੋਰਟਾਂ ਸੈਂਡ ਕੀਤੀਆਂ। ਡਾਕਟਰ ਨੇ ਲੰਡਨ ਦੇ ਵਿੱਚ ਆਉਣ ਵਾਸਤੇ ਕਿਹਾ। ਮੈਂ ਆਪਣੇ ਪਰਿਵਾਰ ਦੇ ਨਾਲ ਲੰਡਨ ਪਹੁੰਚਿਆ ਤੇ ਡਾਕਟਰ ਨੂੰ ਮਿਲਿਆ। ਡਾਕਟਰ ਨੇ ਕਿਹਾ ਕਿ ਆਪਾਂ ਆਪਰੇਸ਼ਨ ਦੇ ਨਾਲ ਇਸ ਦਾ ਟਿਊਮਰ ਕੱਢਣ ਦਾ ਰਿਸਕ ਲੈ ਸਕਦੇ ਹਾਂ, ਪਰ ਛੋਟੀ ਉਮਰ ਹੈ, ਆਪਰੇਸ਼ਨ ਕਰਦਿਆਂ ਕੋਈ ਵੀ ਅੰਗ ਨਕਾਰਾ ਹੋ ਸਕਦਾ ਹੈ ਜਾਂ ਫਿਰ ਇਸ ਦੀ ਮੌਤ ਵੀ ਹੋ ਸਕਦੀ ਹੈ। ਹੁਣ ਇਹ ਸਭ ਸੁਣ ਕੇ ਤਾਂ ਮੇਰੀ ਪਤਨੀ ਨੇ ਆਪਰੇਸ਼ਨ ਦੇ ਲਈ ਮਨਾ ਕਰ ਦਿੱਤਾ, ਕਿਉਂਕਿ ਆਪਾਂ ਆਪਣੇ ਲੜਕੇ ਨੂੰ ਖੁਦ ਮਾਰ ਨਹੀਂ ਸਕਦੇ ਸੀ। ਸੋ ਆਪਾਂ ਸੋਚਣ ਵਾਸਤੇ ਕੁਝ ਵਕਤ ਲਿਆ, ਪਰ ਡਾਕਟਰਾਂ ਨੇ ਕਿਹਾ ਕਿ 1-2 ਦਿਨ ਦੇ ਵਿੱਚ ਹੀ ਇਸ ਦਾ ਆਪਰੇਸ਼ਨ ਕਰਵਾਉਣਾ ਜ਼ਰੂਰੀ ਹੈ। ਹੁਣ ਆਪਾਂ ਸਲਾਹ ਵੀ ਕਿਸ ਦੇ ਨਾਲ ਕਰਦੇ। ਫਿਰ ਰਾਤ ਨੂੰ ਸੁਪਨੇ ਦੇ ਵਿੱਚ ਮੇਰੇ ਪਿਤਾ ਆਏ ਤੇ ਮੈਨੂੰ ਕਹਿਣ ਲੱਗੇ ਕਿ ਪਰਮਾਤਮਾ ਦਾ ਸਹਾਰਾ ਲੈ, ਪਰਮਾਤਮਾ ਵਾਹਿਗੁਰੂ ਤੁਹਾਡੇ ਨਾਲ ਸਹਾਈ ਹੋਣਗੇ। ਇਹ ਇੱਕ ਸੁਪਨਾ ਹੀ ਸੀ, ਪਰ ਇਸ ਦੇ ਵਿੱਚ ਪੂਰੀ ਸੱਚਾਈ ਸੀ। ਮੈਂ ਅਗਲੇ ਦਿਨ ਹੀ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਗੁਰਦੁਆਰੇ ਸਾਹਿਬ ਜਾ ਕੇ ਅਰਦਾਸ ਕਰਨੀ ਸਹੀ ਸਮਝੀ ਅਤੇ ਰਾਸਤੇ ਦੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਅਤੇ ਇੱਕ ਆਵਾਜ਼ ਆਈ ਕਿ ਮੂਲ ਮੰਤਰ ਦਾ ਪਾਠ ਕਰਕੇ ਆਪਣੇ ਲੜਕੇ ਦਾ ਆਪਰੇਸ਼ਨ ਕਰਵਾ ਲੈ, ਉਸ ਨੂੰ ਕੁਝ ਵੀ ਨਹੀਂ ਹੋਵੇਗਾ। ਜਦੋਂ ਮੈਂ ਆਪਣੀਆਂ ਅੱਖਾਂ ਖੋਲ ਕੇ ਦੇਖਿਆ ਤਾਂ ਇੱਕ ਸਿੰਘ ਚਿੱਟੇ ਕੱਪੜਿਆਂ ਦੇ ਵਿੱਚ ਚਿੱਟਾ ਦਹਾੜਾ ਪ੍ਰਕਾਸ਼ ਮੇਰੇ ਕੋਲ ਖੜਾ ਸੀ ਅਤੇ ਮੇਰੇ ਮੋਢੇ ਦੇ ਉੱਤੇ ਹੱਥ ਰੱਖ ਕੇ ਉਹ ਕਹਿਣ ਲੱਗਿਆ ਕਿ ਸੋਚ ਨਾ, ਗੁਰੂ ਨਾਨਕ ਸਾਹਿਬ ਦਾ ਸਹਾਰਾ ਲੈ ਕੇ ਆਪਣੇ ਲੜਕੇ ਦਾ ਆਪਰੇਸ਼ਨ ਕਰਵਾ ਲੈ, ਉਸ ਨੂੰ ਕੁਝ ਵੀ ਨਹੀਂ ਹੋਇਆ। ਮੈਂ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ, ਤੁਹਾਨੂੰ ਕਿਵੇਂ ਪਤਾ ਕਿ ਮੇਰੇ ਲੜਕੇ ਦਾ ਆਪਰੇਸ਼ਨ ਹੈ? ਤਾਂ ਬਾਬਾ ਜੀ ਨੇ ਕਿਹਾ ਕਿ ਡਾਕਟਰ ਸੈਮੂਅਲ ਬਹੁਤ ਵਧੀਆ ਡਾਕਟਰ ਹਨ, ਵਾਹਿਗੁਰੂ ਕਿਰਪਾ ਕਰਨਗੇ, ਤੇਰਾ ਲੜਕਾ ਬਿਲਕੁਲ ਸਹੀ ਹੋ ਜਾਵੇਗਾ। ਇੰਨਾ ਕਹਿ ਕੇ ਬਾਬਾ ਜੀ ਉੱਥੋਂ ਚਲੇ ਗਏ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਵਿਸ਼ਵਾਸ ਹੋ ਚੁੱਕਿਆ ਸੀ। ਪਿਛਲੀ ਰਾਤ ਮੈਂ ਤੇ ਮੇਰੀ ਪਤਨੀ ਨੇ ਸਲਾਹ ਬਣਾਈ ਸੀ ਕਿ ਆਪਾਂ ਆਪਰੇਸ਼ਨ ਨਹੀਂ ਕਰਵਾਵਾਂਗੇ, ਪਰ ਜਦੋਂ ਡਾਕਟਰ ਨੇ ਪੁੱਛਿਆ ਤਾਂ ਮੈਂ ਬਿਨਾਂ ਸੋਚੇ ਝੱਟ ਹੀ ਕਹਿ ਦਿੱਤਾ ਕਿ ਆਪਰੇਸ਼ਨ ਕਰ ਦਿਓ। ਮੇਰੀ ਪਤਨੀ ਮੇਰੇ ਵੱਲ ਦੇਖ ਰਹੀ ਸੀ ਤੇ ਮੈਨੂੰ ਕਹਿਣ ਲੱਗੀ, ਜੇਕਰ ਮੇਰੇ ਮੁੰਡੇ ਨੂੰ ਕੁਝ ਹੋ ਵੀ ਗਿਆ ਤੇ ਮੈਂ ਤੁਹਾਨੂੰ ਕਦੇ ਮਾਫ ਨਹੀਂ ਕਰਾਂਗੀ। ਪਰ ਮੈਂ ਕਹਿੰਦਾ ਰਿਹਾ ਕਿ ਉਸ ਦਾ ਆਪਰੇਸ਼ਨ ਕਰ ਦਿਓ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਉਸ ਤੋਂ ਬਾਅਦ ਆਪਰੇਸ਼ਨ ਹੋਇਆ ਤੇ ਮੂਲ ਮੰਤਰ ਦਾ ਪਾਠ ਕਰਦਾ ਰਿਹਾ। 5 ਘੰਟਿਆਂ ਦੇ ਲੰਬੇ ਆਪਰੇਸ਼ਨ ਤੋਂ ਬਾਅਦ ਮੇਰਾ ਲੜਕਾ ਬਿਲਕੁਲ ਠੀਕ ਹੋ ਗਿਆ। ਅਗਲੇ ਦਿਨ ਹੋਸ਼ ਆਉਣ ਤੇ ਉਸ ਦਾ ਹਰੇਕ ਅੰਗ ਕੰਮ ਕਰ ਰਿਹਾ ਸੀ ਤੇ ਅਗਲੇ ਕਈ ਮਹੀਨੇ ਉਹ ਉਸੇ ਹਸਪੀਟਲ ਦੇ ਵਿੱਚ ਦਾਖਲ ਰਿਹਾ ਤੇ ਅਗਲੇ ਕਈ ਮਹੀਨੇ ਉਹ ਉਸੇ ਹਸਪੀਟਲ ਦੇ ਵਿੱਚ ਰਿਹਾ
ਉਹਨਾਂ 2.5 ਮਹੀਨਿਆਂ ਦੇ ਵਿੱਚ ਹੀ ਮੈਂ ਤੇ ਮੇਰੀ ਪਤਨੀ ਨੇ ਉੱਥੇ ਹੀ ਗੁਰਦੁਆਰੇ ਸਾਹਿਬ ਤੋਂ ਅੰਮ੍ਰਿਤ ਛਕ ਲਿਆ ਤੇ ਗੁਰੂ ਵਾਲੇ ਬਣ ਗਏ। ਪੂਰੀ ਤਰ੍ਹਾਂ ਠੀਕ ਹੋਣ ਤੇ ਆਪਾਂ ਵਾਪਿਸ ਭਾਰਤ ਆ ਗਏ ਤੇ ਬੰਗਲਾ ਸਾਹਿਬ ਜਾ ਕੇ ਅਰਦਾਸ ਬੇਨਤੀ ਕੀਤੀ। ਹੁਣ ਮੇਰਾ ਲੜਕਾ ਬਿਲਕੁਲ ਠੀਕ ਹੈ ਤੇ 16 ਸਾਲਾਂ ਦਾ ਹੋ ਚੁੱਕਿਆ ਹੈ। ਆਪਣੀ ਸ਼ਰਾਬ ਦੀ ਆਦਤ ਵੀ ਛੁੱਟ ਚੁੱਕੀ ਸੀ ਤੇ ਹੁਣ ਗੁਰੂ ਵਾਲਾ ਬਣ ਕੇ ਦਸਵੰਧ ਕੱਢ ਰਿਹਾ ਹਾਂ। ਪਰ ਇੱਕ ਸਬਕ ਪਰਮਾਤਮਾ ਨੇ ਦਿੱਤਾ ਕਿ ਦੌਲਤ ਕਮਾਉਣਾ ਤਾਂ ਸੌਖਾ ਹੈ ਪਰ ਉਸ ਨੂੰ ਸਾਂਭਣਾ ਓਨਾ ਹੀ ਔਖਾ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।